ਸਤਿ ਸ਼੍ਰੀ ਅਕਾਲ, ਵੇਖ ਰਹੇ ਹੋ ਤੁਸੀਂ ਖਬਰ ਹੁਣ ਤੱਕ। ਲੈ ਕੇ ਹਾਜ਼ਰ ਹਾਂ ਅਸੀਂ ਉਹ ਸਾਰੀਆਂ ਖਬਰਾਂ ਜਿਨ੍ਹਾਂ ਦਾ ਤੁਹਾਡੇ ਤੱਕ ਪਹੁੰਚਣਾ ਬੇहद ਜ਼ਰੂਰੀ। ਅੱਜ ਗੱਲ ਕਰਾਂਗੇ ਬੰਗਾਲ ਅਤੇ ਅਸਾਮ 'ਚ ਕਿਵੇਂ ਰਿਹਾ VOTING ਦਾ ਪਹਿਲਾ ਫੇਜ਼। ਮਮਤਾ ਬੈਨਰਜੀ ਕਿਉਂ ਕਰਵਾਉਣਾ ਚਾਹੁੰਦੀ ਹੈ PM ਮੋਦੀ ਦਾ ਵੀਜ਼ਾ ਰੱਦ। ਦੱਸਾਂਗੇ ਦਿੱਲੀ ਕਟੜਾ ਐਕਸਪ੍ਰੈਸਵੇ ਲਈ ਕਿਉਂ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਕਿਸਾਨ। ਕੈਪਟਨ ਸਰਕਾਰ ਖਿਲਾਫ ਕਿਉਂ ਹੈ ਕਿਸਾਨਾਂ ਦੀ ਨਾਰਾਜ਼ਗੀ। ਗੱਲ ਕਰਾਂਗੇ ਪੁਣੇ ਦੇ ਫੈਸ਼ਨ ਸਟਰੀਟ 'ਚ ਲੱਗੀ ਅੱਗ ਦੀ, ਜਿਸ ਦੇ ਕਰਕੇ 500 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੱਸਾਂਗੇ ਸੁਖਬੀਰ ਬਾਦਲ ਦੀ ਸਿਹਤ ਬਾਰੇ ਅਤੇ ਗੱਲ ਕਰਾਂਗੇ ਅਕਾਲੀ ਦਲ ਦੀ ਰੈਲੀਆਂ ਦੀ ਜੋ ਫੇਰ ਤੋਂ ਸ਼ੁਰੂ ਹੋਣਗੀਆਂ। ਦੱਸਾਂਗੇ ਕਿ ਆਖਿਰ ਕਿਉਂ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਏ BJP ਵਿਧਾਇਕ ਅਰੁਣ ਨਾਰੰਗ, ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਚਾਨਕ ਵਾਇਰਲ ਹੋ ਗਈ। ਸ਼ੁਰੂਆਤ ਕਰਦੇ ਹਾਂ ਬੰਗਾਲ ਤੋਂ। PM ਸਾਹਿਬ ਬੰਗਲਾदेश ਦੇ ਟ੍ਰਿਪ ਤੇ ਗਏ ਨੇ, ਪਰ ਮਮਤਾ ਬੈਨਰਜੀ ਉਹਨਾਂ ਦਾ ਵੀਜ਼ਾ ਰੱਦ ਕਰਵਾਉਣਾ ਚਾਹੁੰਦੀ ਹੈ। ਪੂਰੀ ਖਬਰ ਦੱਸੂਗੀ ਮੈਂ, ਪਰ ਪਹਿਲਾਂ VOTING ਦੀ ਗੱਲ ਕਰ ਲੈਂਦੇ ਹਾਂ। ਅੱਜ ਸੀ 27 ਮਾਰਚ, ਯਾਨੀ ਕਿ VOTING ਦਾ ਪਹਿਲਾ ਫੇਜ਼, ਜਿਸ ਦੇ ਤਹਿਤ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ VOTING ਹੋਈ। ਪੱਛਮੀ ਬੰਗਾਲ ਦੀ 30 ਸੀਟਾਂ ਤੇ VOTING ਹੋਈ ਤਾਂ ਅਸਾਮ ਦੀ 47 ਸੀਟਾਂ ਤੇ VOTING ਹੋਈ। ਕੋਰੋਨਾ ਕਰਕੇ VOTING ਦਾ ਵਕਤ 1 ਘੰਟੇ ਵਧਾਇਆ ਗਿਆ ਸੀ। ਬੰਗਾਲ ਦੇ ਵਿੱਚ ਕਰੀਬ 79% ਅਤੇ ਅਸਾਮ ਦੇ ਵਿੱਚ 72% VOTING ਹੋਈ। ਪੱਛਮੀ ਬੰਗਾਲ 'ਚ ਅੱਜ ਕਈ ਥਾਵਾਂ ਤੇ ਹਿੰਸਾ ਦੀ ਖਬਰਾਂ ਵੀ ਸਾਹਮਣੇ ਆਈਆਂ। BJP ਲੀਡਰ ਸ਼ੁਭੇਂਦੂ ਅਧਿਕਾਰੀ ਦੇ ਭਰਾ ਦੀ ਕਾਰ ਤੇ ਹਮਲਾ ਕੀਤਾ ਗਿਆ। BJP ਨੇ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਭੇਜੀ। ਹੁਣ ਆਉਂਦੇ ਆ ਮਮਤਾ ਬੈਨਰਜੀ ਵਾਲੀ ਗੱਲ ਤੇ। PM ਮੋਦੀ ਬੰਗਲਾदेश ਗਏ ਨੇ, ਉੱਥੇ ਮਤੁਆ ਕਮਿਊਨਿਟੀ ਦੇ ਲੋਕਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ। ਮਮਤਾ ਬੈਨਰਜੀ ਕਹਿ ਰਹੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨਸ ਨੇ, ਇਸ ਕਰਕੇ PM ਸਾਹਿਬ ਵੋਟ ਮਾਰਕੀਟਿੰਗ ਲਈ ਬੰਗਲਾदेश ਗਏ ਹੋਏ ਨੇ। ਕਿਉਂ ਨਾ ਉਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇ। ਵੈਸੇ ਮਮਤਾ ਦਾ ਇਹ ਗੁੱਸਾ ਇਸ ਕਰਕੇ ਹੈ ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਬੰਗਲਾਦੇਸ਼ੀ ਐਕਟਰ ਦੇ TMC ਦੀ ਰੈਲੀ 'ਚ ਸ਼ਾਮਿਲ ਹੋਣ ਤੇ ਉਹਨਾਂ ਦਾ ਵੀਜ਼ਾ ਰੱਦ ਕਰਵਾ ਦਿੱਤਾ ਗਿਆ ਸੀ। ਹੁਣ ਦੀਦੀ BJP ਨੂੰ ਉਹਨਾਂ ਦੇ ਹੀ ਐਕਸ਼ਨ ਤੇ ਰਿਐਕਸ਼ਨ ਦੇਣਾ ਚਾਹੁੰਦੀ ਹੈ। ਕਿਸਾਨਾਂ ਦੀ ਜ਼ਮੀਨ ਉਹਨਾਂ ਦੀ ਬਾਂਹ ਹੁੰਦੀ ਹੈ। ਚਾਹੇ ਕੁਝ ਵੀ ਹੋ ਜਾਏ, ਕਿਸਾਨ ਆਪਣੀ ਜ਼ਮੀਨ ਨੂੰ ਬਚਾਉਣ ਲਈ ਹਰ ਇੱਕ ਕੋਸ਼ਿਸ਼ ਕਰਦਾ ਹੈ। ਦਿੱਲੀ 'ਚ ਬੈਠੇ ਕਿਸਾਨ ਇਸ ਦਾ ਇੱਕ ਐਗਜ਼ਾਮਪਲ ਹੈ। ਦਿੱਲੀ ਜਿਹਾ ਨਜ਼ਾਰਾ ਹੁਣ ਪੰਜਾਬ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਕਿਸਾਨਾਂ ਨੇ ਪੁਲਿਸ ਸਟੇਸ਼ਨ ਸਾਹਮਣੇ ਟੈਂਟ ਲਗਾਏ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਰਿਹਾਇਸ਼ ਮੋਤੀ ਮਹਿਲ ਦੇ ਸਾਹਮਣੇ ਕਿਸਾਨ ਰਾਸ਼ਨ ਪਾਣੀ ਲੈ ਕੇ ਜਮ੍ਹਾਂ ਹੋ ਗਏ। ਕਾਰਨ ਇਸ ਦਾ ਜ਼ਮੀਨ ਹੀ ਹੈ। ਮਾਮਲਾ ਜੁੜਿਆ ਹੈ ਕੇਂਦਰ ਸਰਕਾਰ ਦੇ ਪ੍ਰੋਜੈਕਟ ਦਿੱਲੀ ਕਟੜਾ ਐਕਸਪ੍ਰੈਸਵੇ ਨਾਲ। ਕੇਂਦਰ ਸਰਕਾਰ ਦਾ ਇਹ ਪ੍ਰੋਜੈਕਟ ਝੱਜਰ ਦੇ ਕੋਲੋਂ KMP ਐਕਸਪ੍ਰੈਸਵੇ ਤੋਂ ਸ਼ੁਰੂ ਹੋਣਾ, ਜੋ ਕਿ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਦਿੱਲੀ ਨੂੰ ਕਟੜਾ ਨਾਲ ਜੋੜੇਗਾ। ਇਸ ਐਕਸਪ੍ਰੈਸਵੇ ਲਈ ਕਿਸਾਨ ਪਹਿਲਾਂ ਆਪਣੀ ਜ਼ਮੀਨ ਸਰਕਾਰ ਨੂੰ ਵੇਚਣ ਲਈ ਤਿਆਰ ਸੀ, ਪਰ ਖੇਤੀ ਬਿੱਲਾਂ ਖਿਲਾਫ ਗੁੱਸੇ ਨੇ ਕਿਸਾਨਾਂ ਦਾ ਫੈਸਲਾ ਬਦਲ ਦਿੱਤਾ ਹੈ। ਕਿਸਾਨ ਕਹਿ ਰਹੇ ਨੇ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਹ ਇਸ ਪ੍ਰੋਜੈਕਟ ਲਈ ਆਪਣੀ ਜ਼ਮੀਨ ਨਹੀਂ ਦੇਣਗੇ। ਦੂਸਰੀ ਗੱਲ, ਕਿਸਾਨ ਕਹਿ ਰਹੇ ਨੇ ਕਿ ਬਹੁਤ ਘੱਟ ਰੇਟ ਤੇ ਸਰਕਾਰ ਇਸ ਪ੍ਰੋਜੈਕਟ ਲਈ ਉਹਨਾਂ ਦੀ ਜ਼ਮੀਨ ਜ਼ਬਰਦਸਤੀ ਕਬਜ਼ਾ ਰਹੀ ਹੈ। ਕਿਸਾਨ ਕੈਪਟਨ ਸਰਕਾਰ ਤੋਂ ਵੀ ਨਾਰਾਜ਼ ਨੇ। ਦਿੱਲੀ ਕਟੜਾ ਹਾਈਵੇ ਐਕਸਪ੍ਰੈਸ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਬਾਰੇ ਕੈਪਟਨ ਸਾਹਿਬ ਨੂੰ ਵੀ ਦੱਸਿਆ ਗਿਆ, ਡਿਪਟੀ ਕਮਿਸ਼ਨਰ ਨੂੰ ਮਿਲਿਆ ਗਿਆ, ਅਧਿਕਾਰੀਆਂ ਨੂੰ ਦੱਸਿਆ ਗਿਆ, ਪਰ ਕੈਪਟਨ ਸਰਕਾਰ ਖੁਦ ਕੇਂਦਰ ਨਾਲ ਮਿਲੀ ਹੋਈ ਹੈ। ਮੁੱਖ ਮੰਤਰੀ ਖਿਲਾਫ ਗੁੱਸੇ ਦਾ ਇਹੀ ਕਾਰਨ ਹੈ। ਕਿਸਾਨ ਅੱਜਕੱਲ BJP ਖਿਲਾਫ ਪੂਰੇ ਦੇਸ਼ 'ਚ ਘੁੰਮ ਰਹੇ ਨੇ। ਉਹ ਗੁਜਰਾਤ ਪਹੁੰਚੇ, ਪ੍ਰੈਸ ਕਾਨਫਰੰਸ ਕੀਤੀ, ਪਰ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਮਹਾਸਚਿਵ ਯੁੱਧਵੀਰ ਸਿੰਘ ਚੌਧਰੀ ਨੂੰ ਕਾਨਫਰੰਸ ਦੇ ਵਿੱਚੋਂ ਪੁਲਿਸ ਚੱਕ ਕੇ ਲੈ ਗਈ। ਰਾਕੇਸ਼ ਟਿਕੈਤ ਨੇ ਇਸ ਗੱਲ ਨੂੰ ਲੈ ਕੇ ਮੋਦੀ ਸਰਕਾਰ ਅਤੇ ਗੁਜਰਾਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਹ ਗੁਜਰਾਤ ਦਾ ਮਾਡਲ ਹੈ ਜੋ ਕਿ ਹੁਣ ਤੱਕ ਆਜ਼ਾਦ ਨਹੀਂ ਹੈ। ਟਿਕੈਤ ਨੇ ਕਿਹਾ ਕਿ ਜੇਕਰ ਜਲਦੀ ਯੁੱਧਵੀਰ ਚੌਧਰੀ ਨੂੰ ਨਹੀਂ ਛੱਡਿਆ ਗਿਆ ਤਾਂ ਫਿਰ ਸੰਯੁਕਤ ਕਿਸਾਨ ਮੋਰਚਾ ਇਸ ਦੇ ਖਿਲਾਫ ਵੱਡੀ कार्रवाई करेगा। पहली कॉन्फ्रेंस संयुक्त मोर्चे की हुई और प्रेस होते हुए मीडिया के सामने उनको बीच में से उठा के ले जाया गया। ये गिरफ्तारी हुई है, पूर्ण रूप से हम इसकी निंदा करते हैं। और अगर उनको रात तक रिहा नहीं करा गया, और हम 4 और 5 तारीख में हमारी फेयर मीटिंग वहाँ पे है, युद्धवीर सिंह को रिहा करें, यह हमारी डिमांड है। और नहीं तो कल के बाद में इसकी हम संयुक्त मोर्चा इसकी रूपरेखा बनाएगा। पुणे ਦੀ ਫੈਸ਼ਨ ਸਟਰੀਟ ਮਾਰਕੀਟ 'ਚ ਸ਼ੁੱਕਰਵਾਰ ਦੇਰ ਰਾਤ ਭਿਆਨਕ ਅੱਗ ਲੱਗੀ। ਇਹ ਫੈਸ਼ਨ ਸਟਰੀਟ
ਕੈਂਪ ਇਲਾਕੇ 'ਚ ਹੈ। ਇਸ ਹਾਦਸੇ 'ਚ ਕਰੀਬ 500 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਹਨਾਂ ਵਿੱਚੋਂ ਜ਼ਿਆਦਾਤਰ ਦੁਕਾਨਾਂ ਕੱਪੜੇ ਦੀਆਂ ਸਨ। ਫਾਇਰ ਬ੍ਰਿਗੇਡ ਦੀ 16 ਗੱਡੀਆਂ ਮੌਕੇ ਤੇ ਪਹੁੰਚੀਆਂ, ਜਿਨ੍ਹਾਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। ਰਾਹਤ ਦੀ ਖਬਰ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਹਤਾਹਤ ਹੋਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਅੱਗ ਕਿਵੇਂ ਲੱਗੀ, ਇਹ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਸੁਖਬੀਰ ਬਾਦਲ ਨੂੰ ਕੋਰੋਨਾ ਕੀ ਹੋਇਆ, ਅਕਾਲੀ ਦਲ ਦਾ ਤਾਂ ਸਾਰਾ ਕੰਮ ਹੀ ਬੰਦ ਹੋ ਗਿਆ ਸੀ। ਕੈਪਟਨ ਸਰਕਾਰ ਖਿਲਾਫ ਪੰਜਾਬ ਮੰਗਦਾ ਹਿਸਾਬ ਮੁਹਿੰਮ ਜੋ ਉਹਨਾਂ ਨੇ ਸ਼ੁਰੂ ਕੀਤੀ ਸੀ, ਉਹ ਸਿਰਫ ਫੇਸਬੁੱਕ ਦੇ ਪੇਜ ਤੱਕ ਹੀ ਸੀਮਿਤ ਰਹਿ ਗਈ। ਪਰ ਸੁਖਬੀਰ ਬਾਦਲ ਹੁਣ ਠੀਕ ਹੋ ਗਏ ਨੇ। ਉਹਨਾਂ ਨੇ ਖੁਦ ਇਹ ਕਿਹਾ ਹੈ ਕਿ ਉਹ 30 ਮਾਰਚ ਤੋਂ ਪਹਿਲਾਂ ਦੀ ਤਰ੍ਹਾਂ ਕੰਮ ਕਰ ਸਕਦੇ ਨੇ। ਇਸੇ ਲਈ ਅਕਾਲੀ ਦਲ ਇੱਕ ਵਾਰ ਫੇਰ ਫਾਰਮ 'ਚ ਆਵੇਗਾ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਰੈਲੀਆਂ ਦਾ ਦੌਰ ਫੇਰ ਸ਼ੁਰੂ ਹੋਵੇਗਾ। ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਨੂੰ ਹੁਣ ਅਕਾਲੀ ਦਲ 2022 'ਚ ਆਪਣੀ ਸਰਕਾਰ ਬਣਾ ਕੇ ਪੂਰਾ ਕਰੇਗਾ। ਕਿਸਾਨਾਂ ਦਾ ਗੁੱਸਾ 7ਵੇਂ ਅਸਮਾਨ ਤੇ ਹੈ। ਕਾਰਨ ਖੇਤੀ ਕਾਨੂੰਨ ਹੈ। ਕਿਸਾਨਾਂ ਦੇ ਇਸ ਗੁੱਸੇ ਦਾ ਖਾਮਿਆਜ਼ਾ ਅੱਜ ਭੁਗਤਣਾ ਪਿਆ ਅਬੋਹਰ ਤੋਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਨੂੰ। ਮਲੋਟ 'ਚ ਬੀਜੇਪੀ ਦਫ਼ਤਰੋਂ ਪਹੁੰਚੇ ਸੀ ਪ੍ਰੈਸ ਕਾਨਫਰੰਸ ਲਈ, ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਅਰੁਣ ਨਾਰੰਗ ਨੂੰ ਘੇਰ ਲਿਆ। ਉਹਨਾਂ ਦੀ ਗੱਡੀ ਤੇ ਕਾਲਖ ਮਲੀ ਗਈ, ਇੱਥੋਂ ਤੱਕ ਕਿ ਉਹਨਾਂ ਦੇ ਕੱਪੜੇ ਤੱਕ ਫਾੜ ਦਿੱਤੇ ਗਏ। ਖਬਰ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਇੱਕੋਦਮ ਵਾਇਰਲ ਹੋ ਗਈ। ਅਰੁਣ ਨਾਰੰਗ ਤੋਂ ਬਾਅਦ ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਸੁਨੀਤਾ ਗਰਗ ਵੀ ਕਿਸਾਨਾਂ ਦੇ ਹੱਥੇ ਚੜ ਗਈ। ਉਹਨਾਂ ਨਾਲ ਕੋਈ ਬਦਸਲੂਕੀ ਕਿਸਾਨਾਂ ਨੇ ਨਹੀਂ ਕੀਤੀ, ਪਰ ਜਿਸ ਪ੍ਰੈਸ ਕਾਨਫਰੰਸ ਲਈ ਉਹ ਫਿਰੋਜ਼ਪੁਰ ਦੇ ਪ੍ਰੈਸ ਕਲੱਬ ਪਹੁੰਚੀ ਸੀ, ਕਿਸਾਨਾਂ ਨੇ ਉਹ ਨਹੀਂ ਹੋਣ ਦਿੱਤੀ। ਹਾਲਾਤ ਇਹ ਬਣ ਗਏ ਕਿ ਸੁਨੀਤਾ ਗਰਗ ਨੂੰ ਉੱਥੇ ਮੌਜੂਦ ਪੁਲਿਸ ਕਰਮੀਆਂ ਨੇ ਘੇਰਾ ਬਣਾ ਕੇ ਬਾਹਰ ਕੱਢਿਆ। ਕਿਸਾਨ ਆਗੂ ਕਹਿ ਰਹੇ ਨੇ ਕਿ ਉਹ ਕਿਸੇ ਵੀ ਬੀਜੇਪੀ ਲੀਡਰ ਨੂੰ ਕਾਨਫਰੰਸ ਨਹੀਂ ਕਰਨ ਦੇਣਗੇ। ਭਾਜਪਾ ਦਾ ਕੋਈ ਵੀ ਮੰਤਰੀ ਜਿਹੜਾ ਪੰਜਾਬ ਦੇ ਵਿੱਚ ਵੜੂਗਾ ਉਹਨੂੰ ਨਹੀਂ ਵੜਨ ਦੇਵਾਂਗੇ। ਧੱਕੇ ਮਾਰ ਕੇ ਇੱਥੋਂ ਅਸੀਂ ਕੱਢਾਂਗੇ। ਭਾਜਪਾ ਦੇ ਮੰਤਰੀ ਮੁਰਦਾਬਾਦ। ਕੈਪਟਨ ਸਰਕਾਰ ਨੇ ਅੱਜ ਇੱਕ ਅਜੀਬੋ-ਗਰੀਬ ਫਰਮਾਨ ਜਾਰੀ ਕੀਤਾ। ਫਰਮਾਨ ਸੀ ਕਿ ਕੋਰੋਨਾ ਕਾਰਨ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀ ਯਾਦ ਵਿੱਚ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਟ੍ਰੈਫਿਕ ਜਾਮ ਰਹੇਗਾ, ਯਾਨੀ ਕਿ ਗੱਡੀਆਂ ਦੇ ਪਹੀਏ ਰੁਕੇ ਰਹਿਣਗੇ। ਨਾ ਹੀ ਕੈਪਟਨ ਸਾਹਿਬ ਨੇ ਕਿਹਾ ਕਿ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਵੀ ਧਾਰਿਆ ਜਾਵੇਗਾ। ਮਤਲਬ ਇਹ ਕਿ ਲੋਕ ਕੋਰੋਨਾ ਕਰਕੇ ਆਪਣੀ ਜਾਨ ਗਵਾਉਂਦੇ ਰਹਿਣ ਤੇ ਕੈਪਟਨ ਸਾਹਿਬ ਟ੍ਰੈਫਿਕ ਜਾਮ ਕਰਵਾਉਂਦੇ ਰਹਿਣਗੇ। ਅਕਾਲੀ ਦਲ ਨੇ ਵੀ ਇਸ ਆਰਡਰ ਨੂੰ ਲੈ ਕੇ ਕੈਪਟਨ ਸਾਹਿਬ ਨੂੰ ਘੇਰਿਆ ਹੈ। ਕੀ ਕਹਿ ਰਹੇ ਨੇ ਦਿਲਜੀਤ ਚੀਮਾ, ਸੁਣਾਉਂਦੇ ਹੋ ਤੁਹਾਨੂੰ। गवर्नमेंट को कोई ऑर्डर करने से पहले सोचना चाहिए कि यह क्या कर रहे हैं। अगर ज़्यादा लोग मरे हैं तो आपको शर्म महसूस करनी चाहिए कि आप अपनी जो मेडिकल ट्रीटमेंट है टर्शियरी लेवल के ऊपर उसको इम्प्रूव करो, ना कि जितने लोग ज़्यादा मर गए उतने घंटे आप ट्रैफिक जाम कर दो। कल को मौतें और बढ़ जाएंगी तो ये बोलेंगे कि 2 घंटे रुको और चुप रहो। ऐसे चुप करवाने का क्या फायदा। ये तो आप चुप करवाने की कोशिश करते हैं। ये वो साइलेंस नहीं है जो श्रद्धा से रखी जाती है, वो 2 मिनट के लिए होती है। ਖਾਲਸਾਈ ਜਾਹੋ ਜਲਾਲ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂਆਤ ਹੋ ਗਈ ਹੈ ਹੋਲੇ ਮਹੱਲੇ ਦੀ। ਸੰਗਤਾਂ ਵੱਡੇ ਇਕੱਠ ਦੇ ਰੂਪ ਵਿੱਚ ਖਾਲਸੇ ਦੀ ਧਰਤੀ ਤੇ ਪਹੁੰਚ ਰਹੀਆਂ ਨੇ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਹੈ। ਪ੍ਰਸ਼ਾਸਨ ਨੇ ਬੰਦੋਬਸਤ ਪੁਖਤਾ ਹੋਣ ਦੀ ਗੱਲ ਆਖੀ ਹੈ, ਜਿਸ ਦੇ ਤਹਿਤ 4000 ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਨੇ। ਜੋ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ ਉਹਨਾਂ ਨੂੰ ਸਰਕਾਰ ਵੱਲੋਂ ਜਾਰੀ ਗਾਈਡਲਾਈਨਸ ਦੀ ਪਾਲਣਾ ਕਰਨ ਬਾਰੇ ਕਿਹਾ ਜਾ ਰਿਹਾ ਹੈ। ਅਸੀਂ ਵੀ ਤੁਹਾਨੂੰ ਇਹੀ ਕਹਾਂਗੇ ਕਿ ਜੇਕਰ ਤੁਸੀਂ ਵੀ ਇਸ ਹੋਲੇ ਮਹੱਲੇ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਉੱਥੇ ਜ਼ਰੂਰ ਜਾਓ, ਪਰ ਸਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ, ਕਿਉਂਕਿ ਸਿਹਤ ਤੋਂ ਵੱਧ ਕੇ ਕੁਝ ਵੀ ਨਹੀਂ।
ਖਬਰ ਹੁਣ ਤੱਕ ਵਿੱਚ ਫਿਲਹਾਲ ਹੀ ਨਹੀਂ। ਜੇਕਰ ਤੁਸੀਂ ਸਾਡੀ ਖਬਰਾਂ ਤੇ ਫੀਡਬੈਕ ਜਾਂ ਫਿਰ ਆਪਣੀ رائے ਦੇਣਾ ਚਾਹੁੰਦੇ ਹੋ ਤਾਂ ਫਿਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦਿਓ। ਪਰ ਉਸ ਤੋਂ ਪਹਿਲਾਂ YouTube ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ। ਧੰਨਵਾਦ।